ਸਤਿ ਸ਼੍ਰੀ ਅਕਾਲ ਜੀ। मैं आस करदा तुसी तंदुरुस्त होवोगे, ठीक ठाक होवोगे ते चढ़दी कला च होवोगे। कुछ दो चार गल्लां तुहाडे नाल शेयर करनियां सी, इस करके रूबरू होया। गल आए भी संघर्ष चल रहा ते पंजाब किसानी दे संघर्ष च आपदी होंद दी लड़ाई लड़ रहा। कईयां दे गल ये समझ आ रही आ, कईयां दे नहीं आ रही भी लड़ाई ਜਦੋਂ ਆਪਾਂ ਕਹਿੰਦੇ ਆ ਹੋਂਦ ਦੀ ਆ ਤਾਂ ਹੋਂਦ ਦੀ ਕਿਵੇਂ ਆ। ਇਹਦੇ ਤੇ ਹਾਲਾਂਕਿ ਆਪਾਂ ਬੜੀਆਂ ਗੱਲਾਂ ਕਰ ਚੁੱਕੇ ਆ, ਹੋਰ ਕਰਾਂਗੇ। ਪਰ ਜਿਸ ਢੰਗ ਨਾਲ ਕਿਸਾਨ ਜਥੇਬੰਦੀਆਂ ਦਿੱਲੀ ਗਈਆਂ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਿਰਫ ਇੱਕ ਆਰਥਿਕਤਾ ਦੀ ਗੱਲ ਕੀਤੀ, ਇਕਨੋਮਿਕ ਬਲੌਕੇਡ ਦੀ ਗੱਲ ਕੀਤੀ, ਤਾਂ ਮੈਨੂੰ ਇਹਦੇ ਤੇ ਬੜੀ ਚਿੰਤਾ ਹੋਈ। ਕਿਉਂਕਿ ਪੰਜਾਬ ਜਿਹੜੀ ਲੜਾਈ ਲੜ ਰਿਹਾ ਉਹ ਕੱਲੀ ਆਰਥਿਕ ਲੜਾਈ ਨਹੀਂ ਆ, ਰਿਆਇਤਾਂ ਦੀ ਲੜਾਈ ਨਹੀਂ ਲੜਦੀ ਹੁੰਦੀ ਕੌਮ। ਔਰ ਉਹ ਲੋਕ ਜਿਹੜੀ ਪਾਤਸ਼ਾਹੀ ਦਾਵਾ ਰੱਖਦੀ ਆ ਉਹ ਰਿਆਇਤਾਂ ਦੀ ਲੜਾਈ ਨਹੀਂ ਲੜਦੀ ਹੁੰਦੀ। ਅਸੀਂ ਆਪਦੇ ਹੱਕਾਂ ਦੀ ਲੜਾਈ ਲੜ ਰਹੇ ਹਾਂ। ਕਿਉਂਕਿ ਜਦੋਂ ਤੱਕ ਪੰਜਾਬ ਕੋਲੇ ਆਪਦੇ ਫੈਸਲੇ ਲੈਣ ਦਾ ਹੱਕ ਨਹੀਂ ਹੋਊਗਾ ਉਦੋਂ ਤੱਕ ਪੰਜਾਬ ਦੇ ਮਸਲਿਆਂ ਦਾ ਹੱਲ ਨਹੀਂ ਹੋ ਸਕਦਾ। ਸੋ ਇਸੇ ਕਰਕੇ ਆਪਾਂ ਜਦੋਂ ਫੈਡਰਲ ਸਟਰਕਚਰ ਦੀ ਗੱਲ ਕਰਦੇ ਹਾਂ, ਖੁਦ ਮੁਖਤਿਆਰੀ ਦੀ ਗੱਲ ਕਰਦੇ ਹਾਂ, ਸੋ ਇਹਦਾ ਮਤਲਬ ਇਹੀ ਆ ਵੀ ਪੰਜਾਬ ਕੋਲੇ ਜਾਂ ਹੋਰ ਸੂਬਿਆਂ ਕੋਲੇ ਵੀ we are not saying that only give it to Punjab, we are saying give it to everyone, give it to all the states. So that means center state relationship we have to fight or struggle to redefine it. So ਗੱਲ ਜਿਹੜੀ ਆਪਾਂ ਕਰ ਰਹੇ ਹਾਂ ਉਹ ਇਹ ਕਰ ਰਹੇ ਹਾਂ ਵੀ ਸੈਂਟਰ ਸਟੇਟ ਰਿਲੇਸ਼ਨਸ਼ਿਪ ਨੂੰ ਜਦੋਂ ਤੱਕ ਸਰਕਾਰ ਰੀਡਿਫਾਈਨ ਨਹੀਂ ਕਰਦੀ ਤੇ ਉਹ ਕੱਲਾ ਪੰਜਾਬ ਦਾ ਸੰਘਰਸ਼ ਨਹੀਂ ਆ। ਇਹ ਨਾ ਮੰਨੋ ਤੁਸੀਂ ਕੱਲਾ ਪੰਜਾਬ ਦਾ ਸੰਘਰਸ਼ ਆ, ਇਹ ਸੰਘਰਸ਼ ਹੋਰ ਸਾਰੇ ਸੂਬਿਆਂ ਦਾ ਵੀ ਆ, ਜਿਹਦੇ 'ਚ ਜਿਹੜੇ ਮੋਹਰੀ ਸੂਬੇ ਆ ਤਾਮਿਲਨਾਡੂ, ਮਹਾਰਾਸ਼ਟਰਾ, ਈਵਨ ਕੇਰਲਾ, ਨਾਗਾਲੈਂਡ, ਹੋਰ ਕਸ਼ਮੀਰ, ਪੰਜਾਬ, ਇਹ ਮੋਹਰੀ ਸੂਬੇ ਆ। ਇਹਨਾਂ ਨੇ ਹਮੇਸ਼ਾ ਹੀ ਜਿਹੜਾ ਸੈਂਟਰ ਸਟੇਟ ਰਿਲੇਸ਼ਨਸ਼ਿਪ ਆ, ਦਿੱਲੀ ਜਿਵੇਂ ਪਾਵਰ ਨੂੰ ਸੈਂਟਰਲਾਈਜ਼ ਕਰ ਰਹੀ ਆ ਉਹਨੂੰ ਚੈਲੰਜ ਕਰਦੇ ਰਹੇ ਆ ਇਹ। ਸੋ ਅੱਜ ਵੀ ਸਟਰਗਲ ਸਾਡੀ ਉਹੀ ਆ ਜਦੋਂ ਅਸੀਂ ਕਿਸਾਨੀ ਦੇ ਸੰਘਰਸ਼ 'ਚ। ਪਰ ਕਿਸਾਨੀ ਦੇ ਸੰਘਰਸ਼ ਦੇ ਮਸਲੇ ਵੀ ਜਦੋਂ ਤੱਕ ਸੈਂਟਰ ਸਟੇਟ ਰਿਲੇਸ਼ਨਸ਼ਿਪ ਨੂੰ ਆਪਾਂ ਰੀਡਿਫਾਈਨ ਨਹੀਂ ਕਰਾਂਗੇ ਉਦੋਂ ਤੱਕ ਉਹ ਹੱਲ ਨਹੀਂ ਹੋ ਸਕਦੇ। ਹੁਣ ਜਿਹੜੇ ਬਜ਼ੁਰਗ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਲਈ ਵੀ ਇਹ ਗੱਲ ਸਮਝਣੀ ਜ਼ਰੂਰੀ ਆ ਵੀ ਸੈਂਟਰ ਸਟੇਟ ਰਿਲੇਸ਼ਨਸ਼ਿਪ ਦਾ ਮਤਲਬ ਇਹ ਆ ਵੀ ਜਦੋਂ ਤੱਕ ਪੰਜਾਬ ਖੁਦ ਮੁਖਤਿਆਰ ਨਹੀਂ ਹੋਊਗਾ, ਪੰਜਾਬ ਕੋਲੇ ਜਿਹੜੇ ਆਪਦੀਆਂ ਨੀਤੀਆਂ ਘੜਨ ਦੇ ਹੱਕ ਨਹੀਂ ਹੋਣਗੇ, ਉਦੋਂ ਤੱਕ ਪੰਜਾਬ ਦੇ ਮਸਲੇ ਹੱਲ ਨਹੀਂ ਹੋਣੇ। ਤੇ ਕਿਸਾਨੀ ਦਾ ਜਿਹੜਾ ਮਸਲਾ ਉਹ ਵੀ ਇਹਦੇ ਵਿੱਚ ਹੀ ਆ। ਇਹ ਤੋਂ ਬਿਨਾਂ ਕਿਸਾਨੀ ਦਾ ਸਾਡਾ ਸੰਘਰਸ਼ ਆ ਇਹ ਮਸਲਾ ਵੀ ਹੱਲ ਨਹੀਂ ਹੋਣਾ। ਕਿਉਂਕਿ ਮੈਂ ਵਾਰ-ਵਾਰ ਇਹੀ ਗੱਲ ਕਹਿਣਾ ਹੁੰਦਾ ਵੀ ਜਿਹੜਾ ਸਾਡਾ ਮਾਡਲ ਸੀਗਾ ਕਿਸਾਨੀ ਦਾ, ਪੰਜਾਬ ਅਸੀਂ ਖੇਤੀ ਕਰਦੇ ਹਾਂ, ਵਾਹੀ ਕਰਦੇ ਹਾਂ ਪਿਛਲੇ ਮੈਨੂੰ ਲੱਗਦਾ 50 ਕੁ ਸਾਲਾਂ ਤੋਂ, ਉਹ ਮਾਡਲ ਫੇਲ ਹੋ ਗਿਆ। ਉਸ ਮਾਡਲ ਨੇ ਕੱਲਾ ਸਾਨੂੰ ਦੇਖੋ ਰੇਹਾਂ ਸਪਰੇਆਂ ਪੀ ਕੇ ਜਿਹੜੇ ਖੁਦਕੁਸ਼ੀਆਂ ਕਰਦੇ ਰਹੇ, ਸਾਡੇ ਤੇ ਲਿਮਟਾਂ ਆਪਾਂ ਲੈ ਕਰਜ਼ੇ ਚੜਾ ਲਏ, ਪਰ ਉਸ ਮਾਡਲ ਨੇ ਇਹੀ ਗੱਲਾਂ ਨਹੀਂ ਦਿੱਤਾ। ਉਸ ਮਾਡਲ ਨੇ ਦੇਖੋ ਸਾਡੀ ਧਰਤੀ ਦਾ ਕੀ ਹਾਲ ਕਰਤਾ, ਸਾਡੇ ਪਾਣੀ ਦਾ ਕੀ ਹਾਲ ਕਰਤਾ, ਇਹ ਸਾਡੇ ਸਰਮਾਏ ਸੀ। ਸੋ ਜੇ ਅੱਜ ਆਪਾਂ ਕਿਸੇ ਹੱਲ ਦੀ ਗੱਲ ਕਰਨੀ ਆ ਤਾਂ ਹੱਲ ਪੰਜਾਬ ਕੋਲੇ ਆਪਦਾ ਖੇਤੀਬਾੜੀ, ਪੰਜਾਬ ਕੇਂਦਰਿਤ ਖੇਤੀਬਾੜੀ ਮਾਡਲ ਹੋਵੇ। ਇਹ ਤੋਂ ਬਿਨਾਂ ਪੰਜਾਬ ਕੋਲੇ ਕੋਈ ਹੱਲ ਨਹੀਂ ਆ। ਸੋ ਜੇ ਬਾਕੀ ਸੂਬੇ ਇਹ ਗੱਲ ਸਮਝਦੇ ਆ ਤਾਂ ਉਹਨਾਂ ਦਾ ਆਪਦਾ ਉੱਥੋਂ ਦਾ ਇੱਕ ਕੇਂਦਰਿਤ ਖੇਤੀਬਾੜੀ ਮਾਡਲ ਹੋਵੇ। ਉਹ ਮਾਡਲ ਦਿੱਲੀ ਨਾ ਦੇਵੇ, ਕਿਉਂਕਿ ਹਰ ਖਿੱਤੇ ਦੀ ਧਰਤੀ ਵੱਖਰੀ ਆ, ਉੱਥੋਂ ਦਾ ਪੌਣ ਪਾਣੀ ਵੱਖਰਾ ਤੇ ਉੱਥੇ ਲੋਕਾਂ 'ਚ ਸਕਿੱਲ ਵੱਖਰੀ ਆ। ਇਹ ਗੱਲ ਤਾਂ ਆਪਾਂ ਸਮਝਦੇ ਆ, ਬਹੁਤ ਇਹ ਕਹਿ ਲਈਏ ਵੀ ਇਹ ਗੱਲ ਮਾਇਨੇ ਰੱਖਦੀ ਆ। ਸੋ ਜਦੋਂ ਪੰਜਾਬ ਕੇਂਦਰਿਤ ਖੇਤੀਬਾੜੀ ਮਾਡਲ ਦੀ ਗੱਲ ਕਰਦੇ ਆ ਤਾਂ ਇਹ ਖੁਦ ਮੁਖਤਿਆਰੀ ਦੀ ਸਟਰਗਲ ਦਾ ਪਾਰਟ ਹੀ ਆ। ਇਸ ਕਰਕੇ ਇਹ ਆਪਾਂ ਜਿਹੜੀ ਮੁਹਿੰਮ ਵਾਰਿਸ ਪੰਜਾਬ ਦੇ .org ਇੱਥੇ ਤੁਸੀਂ ਮੈਂਬਰਸ਼ਿਪ ਵੀ ਆਪਦੀ ਇਹਦੇ 'ਚ ਜਾ ਕੇ ਆਪਦਾ ਜੁਆਇਨ ਕਰੋ, ਕਿਉਂਕਿ ਤੁਹਾਡੇ ਸੁਝਾਅ ਚਾਹੀਦੇ ਆ ਹੁਣ। ਔਰ ਇਹ ਜਿਹੜਾ ਖੇਤੀਬਾੜੀ ਮਾਡਲ ਹੈ ਪੰਜਾਬ ਦੇ ਲੋਕਾਂ ਨੇ ਘੜਨਾ, ਸਰਕਾਰਾਂ ਬਣਾ ਕੇ ਦੇਣਗੀਆਂ, ਫਿਰ ਇਹ ਉੱਤੋਂ ਆਊਗਾ ਤੇ ਆਪਾਂ ਨੂੰ ਮੰਨਣਾ ਪਊਗਾ। ਹੁਣ ਲੋਕ ਘੜਨ ਤੇ ਪਹਿਲੀ ਮੀਟਿੰਗ ਇਸ ਖਾਤਰ ਆਪਾਂ ਬਠਿੰਡੇ ਰੱਖੀ ਆ 19 ਤਰੀਕ ਨੂੰ, ਜਿੱਥੇ ਤੁਸੀਂ ਟੀਚਰਸ ਹੋਮ ਬਠਿੰਡਾ ਟੀਚਰਸ ਹੋਮ 19 ਤਰੀਕ ਨੂੰ, ਜਿੱਥੇ ਤੁਸੀਂ ਆਓ, ਆਪਾਂ ਗੱਲਬਾਤ ਕਰੀਏ, ਸਿਰ ਜੋੜ ਕੇ ਬੈਠੀਏ, ਇੱਕ ਬ੍ਰੇਨਸਟਾਰਮਿੰਗ ਕਰੀਏ ਤੇ ਪੰਜਾਬ ਦੇ ਮਸਲਿਆਂ ਨੂੰ ਵੀ ਸਮਝੀਏ। ਸਾਡੇ ਚਾਹੇ ਉਹ ਖੇਤੀ ਨਾਲ ਜੁੜੇ ਹੋਏ ਵਾਤਾਵਰਨ ਸੰਬੰਧੀ ਮਸਲੇ ਹੋਣ ਜਾਂ ਆਪਣਾ
ਖੇਤੀ ਦੇ ਹੋਰ ਜਿਹੜੇ ਮਸਲੇ ਹੋਣ, ਮੰਡੀਕਰਨ ਹੋਵੇ, ਫਸਲਾਂ ਕਿਹੜੀਆਂ ਹੋਣ, ਤੇ ਸਾਡੇ ਹੋਰ ਜਿਹੜੇ ਮਸਲੇ ਆ ਉਹਨਾਂ ਨੂੰ ਵੀ ਸਮਝੀਏ ਤੇ ਨਾਲ ਖੇਤੀ ਨੂੰ ਤਰਜੀਹ ਦਈਏ। ਇਸ ਕਰਕੇ ਇਹ ਮੁਹਿੰਮ ਸਟਾਰਟ ਕੀਤੀ ਗਈ ਆ। ਹੁਣ ਜਦੋਂ ਗੱਲ ਪੰਜਾਬ ਦੀ ਆਉਂਦੀ ਆ, ਜਦੋਂ ਸੰਘਰਸ਼ ਪੰਜਾਬ ਲੜ ਰਿਹਾ, ਆਪਦੀ ਹੋਂਦ ਦੀ ਲੜਾਈ ਲੜ ਰਿਹਾ, ਤਾਂ ਖੇਤੀ ਦੇ ਨਾਲ ਸਾਡਾ ਸੱਭਿਆਚਾਰਕ ਸਾਂਝ ਆ। ਇਹ ਗੱਲ ਤੋਂ ਤਾਂ ਮੁਨਕਰ ਹੋ ਹੀ ਨਹੀਂ ਸਕਦੇ। ਕਿਸਾਨ ਆਗੂ ਜਦੋਂ ਦਿੱਲੀ ਜਾ ਕੇ ਗੱਲਾਂ ਕਰਦੇ ਆ ਤਾਂ ਸੱਭਿਆਚਾਰਕ ਸਾਂਝ ਤੋਂ ਬਿਨਾਂ ਜੇ ਤੁਸੀਂ ਆਰਥਿਕ ਸਟਰਕਚਰ ਨੂੰ, ਇਕਨੋਮਿਕ ਸਟਰਕਚਰ ਨੂੰ ਸਮਝੋਗੇ, ਉਹ ਨਹੀਂ ਸਮਝਿਆ ਜਾ ਸਕਦਾ, ਉਹਨੂੰ ਪੂਰਨ ਤੌਰ ਤੇ ਨਹੀਂ ਸਮਝਿਆ ਜਾ ਸਕਦਾ। ਫਿਰ ਉਹ ਇੱਕ ਅਧੂਰਾ ਸੱਚ ਆ, ਤੇ ਅਧੂਰਾ ਸੱਚ ਪੂਰੇ ਝੂਠ ਤੋਂ ਵੀ ਜ਼ਿਆਦਾ ਖਤਰਨਾਕ ਹੁੰਦਾ। ਸੋ ਇਸ ਕਰਕੇ ਮੈਂ ਹਮੇਸ਼ਾ ਕਹਿਣਾ ਹੁੰਦਾ ਵੀ ਇੱਕ ਪਾਸੇ ਹੀ ਖੜਨਾ ਪਊਗਾ। ਹੁਣ ਜਾਂ ਸੱਚ ਵਾਲੇ ਪਾਸੇ ਖੜ ਜਾਓ ਜਾਂ ਝੂਠ ਵਾਲੇ ਪਾਸੇ ਖੜ ਜਾਓ। ਸੋ ਇਹ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ ਆ, ਕਿਉਂਕਿ ਲੜਾਈ ਸਾਡੇ ਘਰਾਂ ਤੱਕ ਆ ਗਈ ਆ। ਜੇ ਘਰਾਂ ਤੱਕ ਆ ਗਈ ਆ ਤਾਂ ਇਹ ਸਾਂਝੀ ਲੜਾਈ ਆ। ਇਹ ਇਕੱਲਾ ਵੀ ਦੀਪ ਸਿੱਧੂ ਮੋਰਚਾ ਲਾ ਕੇ ਬਹਿ ਗਿਆ ਸ਼ੰਭੂ, ਤਾਂ ਦੀਪ ਸਿੱਧੂ ਦੀ ਲੜਾਈ ਨਹੀਂ ਆ। ਮੈਂ ਤਾਂ ਪੰਜਾਬ ਖਾਤਰ ਪੰਜਾਬ ਦੀ ਲੜਾਈ ਲੜਨ ਆਇਆ ਸੀ। ਜੇ ਪੰਜਾਬ ਦੀ ਲੜਾਈ ਲੜਨ ਆਇਆ ਸੀ, ਜਜ਼ਬਾਤਾਂ ਦੇ ਆਧਾਰ ਤੇ ਆਪਾਂ ਮੋਰਚਾ ਵਿੱਢਿਆ, ਤੇ ਉੱਥੇ ਵੀ ਤੁਹਾਡੀ ਸ਼ਮੂਲੀਅਤ ਜ਼ਰੂਰੀ ਆ। ਜੇ 19 ਤਰੀਕ ਨੂੰ ਬਠਿੰਡੇ ਆਓ ਤਾਂ ਮੋਰਚੇ 'ਚ ਵੀ ਤੁਸੀਂ ਆਓ। ਦੀਵਾਲੀ ਹੋਈਏ ਤਾਂ ਉੱਥੇ 10 ਸਿੰਘ ਬੈਠੇ ਹੁੰਦੇ ਆ, ਮੀਂਹ ਕਣੀ ਪਵੇ ਫੇਰ 10 ਸਿੰਘ ਬੈਠੇ ਹੁੰਦੇ ਆ। ਕਿਉਂ ਬਈ? ਤੁਸੀਂ ਬਥੇਰੇ ਮੈਨੂੰ ਇੱਥੇ ਫੇਸਬੁੱਕ ਤੇ ਮੈਨੂੰ ਬੜਾ ਹੌਸਲਾ ਅਫਜ਼ਾਈ ਦਿੰਦੇ ਹੋ, ਮੈਨੂੰ ਕਹਿੰਦੇ ਹੋ ਵੀ ਅਸੀਂ ਨਾਲ ਆ ਬਾਈ ਤੇਰੇ, ਪਰ ਨਾਲ ਆ ਤਾਂ ਬਾਈ ਜੀ ਫਿਰ ਟਾਈਮ ਕੱਢ ਕੇ ਆਉਣਾ ਵੀ ਪਊਗਾ, ਕਿਉਂਕਿ ਇੱਕ ਸਾਂਝੀ ਲੜਾਈ ਲੜ ਰਹੇ ਹਾਂ। ਇਹ ਪੰਜਾਬ ਆਪਦੀ ਇੱਕ ਸਾਂਝੀ ਲੜਾਈ ਲੜ ਰਿਹਾ। ਸੋ ਮੇਰੀ ਜਿਹੜੀ ਤੁਹਾਨੂੰ ਬੇਨਤੀ ਆ, ਮੈਂ ਅਰਜ਼ ਇਹੀ ਕਰਦਾ ਹੁੰਦਾ ਵੀ ਅਸੀਂ ਆਖਰੀ ਪੜਾਅ ਜਿਹੜਾ ਕਹਿ ਲਓ ਲੜਾਈ ਦਾ, ਜਾਂ ਕੁਛ ਲੜਾਈ ਜਿਹੜੀ ਉੱਥੋਂ ਤੱਕ, ਕੁਛ ਲੜਾਈਆਂ ਪਹੁੰਚ ਜਾਂਦੀਆਂ, ਜੰਗਾਂ ਉੱਥੋਂ ਤੱਕ ਪਹੁੰਚ ਜਾਂਦੀਆਂ ਵੀ ਹੁਣ ਇਦੋਂ ਬਾਅਦ ਫੈਸਲਾ ਕੁੰਨ ਲੜਾਈ ਆ। ਬਸ ਜੇ ਫੈਸਲਾ ਕੁੰਨ ਆ ਤਾਂ ਤੁਹਾਡੀ ਜ਼ਰੂਰਤ ਆ, ਉਸ ਪੰਜਾਬ ਦੀ ਹਰ ਰੂਹ ਦੀ ਜ਼ਰੂਰਤ ਆ ਜਿਹੜੀ ਪੰਜਾਬ ਖਾਤਰ ਆਪਦੇ ਅੰਦਰ ਦਰਦ ਪਾਲੀ ਬੈਠੀ ਆ। ਸੋ ਪੰਜਾਬ ਦੇ ਵਾਰਸਾਂ ਦੀ ਜ਼ਰੂਰਤ ਆ। ਮੇਰੇ ਤੇ ਦੇਖੋ ਇਹ ਸਵਾਲ ਵੀ ਉਠਾਏ ਗਏ ਵੀ ਇੱਕ ਆਪਾਂ ਪੋਸਟਰ ਸ਼ੇਅਰ ਕੀਤਾ ਸਾਂਝੇ ਪੰਜਾਬ ਦਾ, ਸਾਂਝੇ ਪੰਜਾਬ ਜਿਹਦੇ 'ਚ ਪੁਰਾਣਾ ਆਪਣਾ ਪੰਜਾਬ ਸੀ ਤੇ ਉਹਦੇ 'ਚ ਪਾਕਿਸਤਾਨ ਵਾਲੇ ਪਾਸੇ ਜਿਹੜਾ ਆਪਣਾ ਪੰਜਾਬ ਆ ਤੇ ਇੰਡੀਆ ਵਾਲੇ ਪਾਸੇ, ਤੇ ਉਹਦੇ ਤੇ ਮੇਰੀ ਫੋਟੋ ਲਾਈ ਵੀ ਵਾਰਿਸ ਪੰਜਾਬ ਦੇ। ਉਹ ਮੈਂ ਕੱਲਾ ਵਾਰਿਸ ਨਹੀਂ ਆ ਬਾਈ ਜੀ, ਵਾਰਿਸ ਆਪਾਂ ਸਾਰੇ ਆ। ਔਰ ਉਹ ਹੋਰ ਬਹੁਤ ਸ਼ਖਸੀਅਤਾਂ ਨੂੰ ਫੋਟੋ ਭੇਜੀ ਗਈ ਸੀ, ਉਹਨਾਂ ਨੇ ਨਹੀਂ ਸ਼ੇਅਰ ਕੀਤੀ, ਪਰ ਉਹ ਸਾਂਝੇ ਪੰਜਾਬ ਦੇ ਉੱਤੇ ਜੋ ਲਿਖਿਆ ਉਹ ਬੜਾ ਇੰਪੋਰਟੈਂਟ ਸੀ ਵੀ ਪੰਜਾਬ ਕੇਂਦਰਿਤ ਖੇਤੀਬਾੜੀ ਮਾਡਲ ਆਪਾਂ ਆਪਦਾ ਇੱਕ ਪਹਿਲਾਂ ਉਸਾਰੀਏ ਤੇ ਫਿਰ ਉਹਨੂੰ ਲਾਗੂ ਕਰਾਉਣ ਵਾਸਤੇ ਸਟਰਗਲ ਕਰੀਏ। ਔਰ ਸਟਰਗਲ ਦੋ ਤਰੀਕਿਆਂ ਨਾਲ ਹੁੰਦੀ ਆ ਹਮੇਸ਼ਾ। ਤੁਸੀਂ ਇਹ ਨਾ ਸਮਝੋ ਵੀ ਸਰਕਾਰਾਂ ਹੀ ਲਾਗੂ ਕਰ ਸਕਦੀਆਂ, ਰਾਜਸੀ ਢੰਗ ਨਾਲ ਹੀ ਕੋਈ ਸਿਸਟਮ ਲਾਗੂ ਹੋ ਸਕਦਾ, ਸੋਸ਼ਲ ਢੰਗ ਨਾਲ ਜਾਂ ਸਮਾਜਿਕ ਤੌਰ ਤੇ ਵੀ ਲਾਗੂ ਹੋ ਸਕਦਾ। ਇਸੇ ਕਰਕੇ ਜਦੋਂ ਸਟਰਗਲ ਨੂੰ ਸਮਝਣਾ ਉਦੋਂ ਦੋ ਪੱਖ ਸਮਝਣੇ ਬਹੁਤ ਜ਼ਰੂਰੀ ਆ, ਜਿਹਦੇ 'ਚ ਪੋਲੀਟੀਕਲ ਤੇ ਸੋਸ਼ਲ, ਇਹ ਦੋਨਾਂ ਤੋਂ ਬਿਨਾਂ ਤੇ ਨਾਲ ਕਲਚਰਲ, ਇਹ ਤਿੰਨ ਚੀਜ਼ਾਂ ਤੋਂ ਬਿਨਾਂ ਆਪਾਂ ਜੇ ਕਹਿ ਦਈਏ ਵੀ ਕੋਈ ਸਟਰਗਲ ਕੰਪਲੀਟ ਹੋ ਸਕਦੀ ਹੈ, ਉਹ ਨਹੀਂ ਹੋ ਸਕਦੀ। ਅਗਲੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ ਸੀ, ਸੋ ਵਾਰਿਸ ਪੰਜਾਬ ਦੇ ਆਪਾਂ ਸਾਰੇ ਆ। ਮੈਂ ਤਾਂ ਆਪਦਾ ਫਰਜ਼ ਨਿਭਾਇਆ, ਔਰ ਸਾਂਝਾ ਪੰਜਾਬ ਉਹਦੇ 'ਚ ਨਕਸ਼ਾ ਇਸ ਕਰਕੇ ਦਿੱਤਾ ਗਿਆ ਕਿਉਂਕਿ 1849 ਤੋਂ ਬਾਅਦ ਜਦੋਂ ਸਾਡੇ ਕੋਲੇ ਉਹ ਪੰਜਾਬ ਸੀ, ਉਦੋਂ ਬਾਅਦ ਸਾਡੇ ਕੋਲੇ ਆਪਦਾ ਖੇਤੀਬਾੜੀ ਮਾਡਲ ਨਹੀਂ ਰਿਹਾ। ਪਹਿਲਾਂ ਅੰਗਰੇਜ਼ ਸਰਕਾਰ ਲੈ ਗਈ, ਫਿਰ ਦਿੱਲੀ ਸਰਕਾਰ ਲੈ ਗਈ, ਤਾਂ ਪੰਜਾਬ ਕੇਂਦਰਿਤ ਖੇਤੀਬਾੜੀ ਮਾਡਲ ਜਿਹੜਾ ਲਾਸਟ ਆਪਣੇ ਕੋਲੇ ਸੀ ਉਹ 1849 'ਚ ਸੀ। ਸੋ ਇਸ ਕਰਕੇ ਉਹ ਇੱਕ ਸਿੰਬੋਲਿਕ ਗੱਲ ਸੀ ਵੀ 1849 ਤੋਂ ਬਾਅਦ ਆਓ ਹੁਣ ਜੁੜ ਕੇ ਬੈਠੀਏ, ਸਿਰ ਜੋੜ ਕੇ ਬੈਠੀਏ, ਸੰਵਾਦ ਕਰੀਏ ਤੇ ਇੱਕ ਪੰਜਾਬ ਕੇਂਦਰਿਤ ਖੇਤੀਬਾੜੀ ਮਾਡਲ ਆਪਾਂ ਉਸਾਰੀਏ। ਸੋ ਗੱਲਾਂ ਨੂੰ ਜਦੋਂ ਆਪਾਂ ਕਿਸੇ ਤੇ ਤੌਹਮਤਾਂ ਲਾਉਣੀਆਂ ਨਾ ਜਾਂ ਲੱਤ ਖਿੱਚਣੀ ਆ, ਮੇਰੇ ਖਿਆਲ 'ਚ ਉਦੋਂ ਪਹਿਲਾਂ ਗੱਲਾਂ ਨੂੰ ਵਿਚਾਰ ਲੈਣਾ ਚਾਹੀਦਾ। ਔਰ ਮੈਂ ਹਮੇਸ਼ਾ ਕਹਿੰਦਾ ਹੁੰਦਾ, ਮੈਂ ਇੱਥੇ ਕੋਈ ਅਹੁਦੇ ਲੈਣ ਨਹੀਂ ਆਇਆ ਬਾਈ, ਮੈਂ ਕਿਸੇ ਵੀ ਤਰ੍ਹਾਂ ਦੀ ਜਾਂ ਕੋਈ ਏਜੰਡਾ ਆਪਦਾ ਮਿੱਥ ਕੇ ਨਹੀਂ ਆਇਆ। ਆਪਾਂ ਤਾਂ ਜਿਹੜੀ ਗੱਲ ਕਰ ਰਹੇ ਹਾਂ ਉਹ ਪੰਜਾਬ ਖਾਤਰ ਗੱਲ ਕਰ ਰਹੇ ਹਾਂ। ਜੇ ਤੁਹਾਨੂੰ ਇਹ ਤੁਸੀਂ ਇਹਦੇ ਨਾਲ ਸਹਿਮਤ ਹੋ, ਜੇ ਤੁਹਾਨੂੰ ਲੱਗਦਾ ਵੀ ਪੰਜਾਬ ਦੀ ਗੱਲ ਹੋ ਰਹੀ ਆ, ਤਾਂ ਫਿਰ ਤੁਹਾਡੀ ਜ਼ਰੂਰਤ ਆ, ਕਿਉਂਕਿ ਸਾਨੂੰ ਜਥੇਬੰਦਕ ਵੀ ਹੋਣਾ ਪਊਗਾ, ਸਾਨੂੰ ਇੱਕ ਆਰਗੇਨਾਈਜੇਸ਼ਨ ਵੀ ਤਿਆਰ ਕਰਨੀ ਪਊਗੀ, ਇੱਕ ਸਿਵਲ ਸਟਰਕਚਰ ਵੀ ਤਿਆਰ ਕਰਨਾ ਪਊਗਾ। ਤੇ ਉਹ ਸਿਵਲ ਸਟਰਕਚਰ ਬਹੁਤ ਕੁਝ ਕਰ ਸਕਦਾ, ਪਰ ਉਹਦੇ 'ਚ ਜੇ ਹੁਣ ਮੈਂ ਕਹਿ ਲਾਂ ਵੀ ਤੁਸੀਂ ਆਪਦੇ ਘਰੋਂ ਹੀ ਬੈਠੇ ਹੋਵੋਗੇ ਤੇ ਤੁਸੀਂ ਕਹੋਗੇ ਬੜੇ ਕੰਮ ਆ ਸਾਨੂੰ, ਤੇ ਕੰਮ ਤਾਂ ਆਪਾਂ ਸਾਰਿਆਂ ਨੂੰ ਹੀ ਆ ਭਾਈ। ਫਿਰ ਕੰਮ ਤੋਂ ਬਿਨਾਂ ਤਾਂ ਜ਼ਿੰਦਗੀ ਨਹੀਂ ਚੱਲਦੀ, ਮੈਂ ਸਮਝਦਾ, ਪਰ ਕੰਮ
ਕੰਮਾਂ 'ਚੋਂ ਹੀ ਟਾਈਮ ਕੱਢ ਕੇ ਜਾਣਾ ਪੈਂਦਾ ਹੁੰਦਾ, ਕੰਮਾਂ 'ਚੋਂ ਹੀ ਟਾਈਮ ਕੱਢ ਕੇ ਇੱਕ ਦੂਜੇ ਨੂੰ ਆਪਾਂ ਜਾ ਕੇ ਹੌਸਲਾ ਅਫਜ਼ਾਈ ਦੇਣੀ ਹੁੰਦੀ ਆ। ਤੇ ਚਲੋ ਆਰਗੇਨਾਈਜ਼ ਹੋਈਏ, ਇਟਸ ਟਾਈਮ ਆਪਾਂ ਜਿਵੇਂ ਮੈਂ ਕਹਿ ਸਕਦਾ ਇਹ ਡਿਸਾਈਡਿੰਗ ਇੱਕ ਵਾਰ ਆ ਜਿਹੜੀ ਇਹ ਜਿੱਤਣੀ ਆ ਕਿ ਹਾਰਨੀ ਆ, ਇਹ ਤੁਸੀਂ ਮਿਥ ਲਓ ਹੁਣ। ਤੇ ਅਗਲੀ ਗੱਲ ਜਿਹੜੀ ਮੈਂ ਇਹ ਕਰਨੀ ਚਾਹੁੰਦਾ ਸੀ ਵੀ ਮੈਂ ਹਮੇਸ਼ਾ ਕਹਿਣਾ ਹੁੰਦਾ, ਚਲੋ ਕਿਸਾਨ ਜਥੇਬੰਦੀਆਂ ਦੀ ਇੱਕ ਪੋਲੀਟੀਕਲ ਡਿਪਲੋਮੈਸੀ 'ਚ ਜਦੋਂ ਦਿੱਲੀ ਸਰਕਾਰ ਨੇ ਧੱਕਿਆ, ਖਾਣਾ ਵੀ ਖਵਾਇਆ, ਉਹਨਾਂ ਨੂੰ ਬੈਗ ਵੀ ਦੇਤੇ, ਉਹ 3-3 ਬੈਗ ਵੀ ਚੱਕ ਲਿਆਏ, ਇਹ ਇੱਕ ਪੋਲੀਟੀਕਲ ਡਿਪਲੋਮੈਸੀ ਹੁੰਦੀ ਆ। ਉਹਦੇ 'ਚ ਬੈਗ 'ਚ ਮਟੀਰੀਅਲ ਪਾ ਕੇ ਦੇਤਾ। ਹੁਣ ਉਹ ਜੇ ਬੈਗ ਦੇ ਨਾਲ ਮਟੀਰੀਅਲ ਆ ਗਿਆ ਤਾਂ ਮਟੀਰੀਅਲ ਪੜ੍ਹਨਗੇ ਵੀ, ਤੇ ਮਟੀਰੀਅਲ ਤਾਂ ਉਹ ਆ ਜਿਹੜਾ ਸਰਕਾਰ ਸਾਨੂੰ ਪੜ੍ਹਾਉਣਾ ਚਾਹੁੰਦੀ ਆ। ਪਰ ਅਸੀਂ ਸਰਕਾਰ ਨੂੰ ਕੀ ਪੜ੍ਹਾਉਣਾ ਚਾਹੁੰਦੇ ਆ, ਇਹ ਮਟੀਰੀਅਲ ਅਸੀਂ ਦੇ ਕੇ ਆਏ ਆ ਕਿ ਨਹੀਂ, ਇਹਦਾ ਤਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਹੀ ਪਤਾ ਜਾਂ ਸਰਕਾਰ ਨੂੰ ਪਤਾ ਹੈ ਨਾ। ਆਪਾਂ ਤਾਂ ਜਦੋਂ ਆਪਸ 'ਚ ਗੱਲ ਕਰਦੇ ਆ, ਆਪਸ 'ਚ ਗੱਲ ਕਰਨੀ ਬੜੀ ਜ਼ਰੂਰੀ ਆ। ਮੈਂ ਕਿਸਾਨ ਜਥੇਬੰਦੀਆਂ ਦੇ ਅਗੇਂਸਟ ਨਹੀਂ ਆ, ਜਾਂ ਮੈਂ ਕਿਸੇ ਉਸ ਬੰਦੇ ਦੇ ਜਿਹੜਾ ਦਿੱਲੀ ਨਾਲ ਮੱਥਾ ਲਾਈ ਬੈਠਾ ਉਹਦੇ ਅਗੇਂਸਟ ਨਹੀਂ ਆ, ਉਹਦੇ ਨਾਲ ਖੜਾ। ਪਰ ਸਾਨੂੰ ਕੁਛ ਸਿਧਾਂਤ ਵੀ ਮਿਥਣੇ ਪੈਂਦੇ ਆ, ਪੋਲੀਟੀਕਲ ਡਿਪਲੋਮੈਸੀ ਨੂੰ ਸਮਝਣਾ ਪੈਂਦਾ। ਸਰਕਾਰ ਕਰ ਕੀ ਰਹੀ ਆ, ਉਹ ਤਾਂ ਟੋ ਵੇਖ ਰਹੀ ਆ ਹੁਣ ਵੀ ਇਹਨਾਂ 'ਚੋਂ ਕਿਹੜੇ ਬੰਦਿਆਂ ਨੂੰ ਫੜ ਸਕਦੇ ਆ, ਔਰ ਪਹਿਲਾਂ ਫੜੇ ਆ। ਔਰ ਸਾਡੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸੰਘਰਸ਼ ਬਹੁਤ ਲੜੇ ਆ, ਬੜਾ ਵੱਡਾ ਤਜਰਬਾ ਉਹਨਾਂ ਕੋਲੇ। ਤੇ ਇਹ ਤਜਰਬਾ ਉਹਨਾਂ ਕੋਲੇ, ਉਹ ਮੈਂ ਇਹ ਮੰਨਦਾ ਵੀ ਉਹ ਟ੍ਰੇਡ ਯੂਨੀਅਨਾਂ ਤੇ ਕਈ ਵਾਰੀ ਆਰਥਿਕ ਗੱਲ ਹੀ ਜਾਂ 19 ਕੁ ਲੜਾਈ ਲੜ ਸਕਦੀਆਂ, ਪਰ ਨਾਲ ਦੀ ਨਾਲ ਜੇ ਕਿਸਾਨ ਆਗੂ ਆਪਦੇ ਆਪ ਨੂੰ ਉਹ ਕਹਿ ਰਹੇ ਆ ਕਿਸਾਨ ਜਥੇਬੰਦੀਆਂ ਦੇ ਆਗੂ ਆ, ਤਾਂ ਆਰਥਿਕ ਦੇ ਨਾਲ ਸੱਭਿਆਚਾਰਕ ਗੱਲ ਪੰਜਾਬ ਦੀ ਜਾਂ ਪੰਜਾਬ ਦਾ ਕਿਸਾਨ ਉਹਦੀ ਸੱਭਿਆਚਾਰਕ ਹੋਂਦ ਕੀ ਆ, ਇਹਨੂੰ ਸਮਝਣਾ ਬਹੁਤ ਜ਼ਰੂਰੀ ਆ। ਇਹ ਤੋਂ ਬਿਨਾਂ ਮੈਂ ਜੇ ਇਹ ਨਹੀਂ ਸਮਝੀਏ, ਜਿਵੇਂ ਮੈਂ ਕਿਹਾ ਜੀ, ਇਹ ਤਾਂ ਇੱਕ ਅਧੂਰਾ ਸੱਚ ਆ, ਤਾਂ ਉਹ ਪੂਰੇ ਝੂਠ ਤੋਂ ਬਹੁਤ ਖਤਰਨਾਕ ਹੁੰਦਾ ਇੱਕ ਅਧੂਰਾ ਸੱਚ। ਬਾਕੀ 20 ਤਰੀਕ ਨੂੰ ਅਖੰਡ ਪਾਠ ਸਾਹਿਬ ਆਪਾਂ ਸ਼ੰਭੂ ਮੋਰਚੇ 'ਚ ਉੱਥੇ ਆਰੰਭ ਕਰਾ ਰਹੇ ਹਾਂ, ਤੇ 22 ਤਰੀਕ ਨੂੰ ਉਹਦਾ ਭੋਗ ਆ ਜੀ। ਇਹ 3 ਦਿਨ ਤੁਸੀਂ ਪੰਜਾਬ ਦੇ ਹਰ ਘਰ ਨੂੰ ਸੱਦਾ, ਹਰ ਘਰੋਂ ਇੱਕ ਬੰਦਾ ਜ਼ਰੂਰ ਆਵੇ, ਔਰ 22 ਤਰੀਕ ਨੂੰ ਤਾਂ ਪੰਜਾਬ ਦੇ ਹਰ ਘਰ ਦਾ ਇੱਕ ਬੰਦਾ, ਇੱਕ ਰੂਹ ਉੱਥੇ ਪਹੁੰਚੇ। ਕਿਉਂਕਿ ਆਪਾਂ ਅਰਦਾਸ ਕਰੀਏ ਪ੍ਰਮਾਤਮਾ ਨੂੰ, ਪੰਜਾਬ ਦੀਆਂ ਖੁਸ਼ੀਆਂ ਵਾਪਸ ਦਿਓ, ਪੰਜਾਬ ਦੀ ਜਿੱਤ ਹੋਵੇ, ਤੇ ਪੰਜਾਬ ਮੁੜ ਉਸੇਰੇ ਵੱਲ ਆਪਦਾ ਉਸ ਰਾਹ ਤੇ ਵਾਪਸ ਆਵੇ। ਇਸ ਕਰਕੇ ਜਿਹੜਾ ਆਪਾਂ ਅਖੰਡ ਪਾਠ ਸਾਹਿਬ ਦਾ ਪ੍ਰੋਗਰਾਮ ਮਿਥਿਆ, ਇਸੇ ਕਰਕੇ ਮਿਥਿਆ। ਅੱਜ ਸਹਿਜ ਪਾਠ ਆਪਾਂ ਰਖਾਇਆ ਸੀ, ਅੱਜ ਉਹਦਾ ਭੋਗ ਸੀ, ਤੇ ਬੜਾ ਵਧੀਆ ਉੱਥੇ ਬਾਣੀ ਸਰਵਣ ਕੀਤੀ ਸੰਗਤਾਂ ਨੇ, ਤੇ ਬਾਬਾ ਜੀ ਨੇ ਅਰਦਾਸ ਬੜੀ ਵਧੀਆ ਸਤਿਗੁਰੂ ਪਾਤਸ਼ਾਹ ਨੂੰ ਕੀਤੀ, ਉਹਦੇ 'ਚ ਆਪਾਂ ਸ਼ਾਮਲ ਹੋਏ ਸਾਰੇ ਜਾ ਕੇ। ਸੋ ਮੈਂ ਇਹੀ ਕਹੂੰਗਾ, ਜਿੰਨੀਆਂ ਕੁ ਗੱਲਾਂ ਆਪਾਂ ਕੀਤੀਆਂ ਵੀ ਇਹ ਸਾਂਝੀ ਲੜਾਈ ਆ, ਤੇ ਕੋਈ ਮੈਂ ਆਪਦੀ ਲੜਾਈ ਲੜਨ ਨਹੀਂ ਆਇਆ ਸੀ, ਆਪਦੇ ਆਪ ਨੂੰ ਪ੍ਰੂਵ ਕਰਨ ਨਹੀਂ ਆਇਆ ਮੈਂ ਵੀ ਮੈਂ। ਬਹੁਤ ਲੋਕ ਇਹ ਕਹਿ ਰਹੇ RSS ਦਾ ਬੰਦਾ, BJP ਦਾ ਪਲਾਂਟਡ ਬੰਦਾ, ਉਹਦਾ ਟਾਈਮ ਦੱਸ ਦੂਗਾ ਵੀ ਮੈਂ ਕਿਹਦਾ ਬੰਦਾ, ਪੰਜਾਬ ਦਾ ਬੰਦਾ ਕਿ ਉਹਨਾਂ ਦਾ ਬੰਦਾ। ਪਰ ਅੱਜ ਤੱਕ ਆਪਾਂ ਜਿੰਨੀਆਂ ਕੁ ਗੱਲਾਂ ਕੀਤੀਆਂ, ਜੋ ਸੰਘਰਸ਼ ਕਰ ਰਹੇ ਹਾਂ, ਉਹ ਤਾਂ ਪੰਜਾਬ ਹਿੱਤ ਹੀ ਆ ਨਾ। ਸੋ ਇੰਨੀਆਂ ਕੁ ਬੇਨਤੀਆਂ ਮੈਂ ਕਰਨੀਆਂ ਸੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਸਦੇ ਰਹੋ। I really request you guys once again that please come on the 19th. Bathinda, it's my own city, so please come on the 19th. I'll see you at Teachers Home in Bathinda, and 20th, 21st and 22nd ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਆ ਜਿਹੜਾ ਉਹ 20th ਨੂੰ ਆ, 20 ਤਰੀਕ ਨੂੰ ਆ, ਤੇ 22 ਤਰੀਕ ਨੂੰ ਭੋਗ ਆ। ਸੋ ਵੰਸ ਅਗੇਨ ਮੈਂ ਇੱਕ ਸੱਦਾ ਦਿੰਨਾ, ਜੀ ਆਇਆਂ ਕਹਿਣਾ ਪੰਜਾਬ ਦੇ ਹਰ ਘਰ 'ਚੋਂ ਇੱਕ ਬੰਦੇ ਨੂੰ 22 ਤਰੀਕ ਨੂੰ ਜ਼ਰੂਰ ਮਿਲੋ ਸ਼ੰਭੂ ਮੋਰਚੇ ਤੇ, ਆਪਾਂ ਇਕੱਠੇ ਹੋ ਕੇ ਅਰਦਾਸ ਕਰੀਏ। ਮੇਰੇ ਵੱਲੋਂ ਪਿਆਰ ਤੇ ਸਤਿਕਾਰ। ਜਿਉਂਦੇ ਵਾਸਤੇ